ਇਲੈਕਸ਼ਨਾਂ ਨੂੰ ਤਾਂ ਰਾਜਨੀਤੀ ਅੱਖ ਨਾਲ ਹੀ ਵੇਖਿਆ ਜਾਂਦਾ ਬਈ, ਸਿਆਸਤ ਇੱਥੇ ਘੱਟੋ ਘੱਟ ਪੂਰਾ ਤਿਆਰ ਬਰ ਤਿਆਰ ਸਿੰਘ ਹੋਣਾ ਚਾਹੀਦਾ ਲੀਡਰ, ਕਿਉਂਕਿ ਉੱਥੇ ਇਹ ਆ ਵੀ ਸਾਡਾ ਉਹ ਤਖਤ ਆ, ਸਾਡਾ ਉਹ ਇਤਿਹਾਸਕ ਸਥਾਨ ਆ। ਇੱਥੇ ਰਾਜਨੀਤੀ ਨਹੀਂ, ਇੱਥੇ ਸੇਵਾ ਚਾਹੀਦੀ। ਇੱਥੇ ਚੱਕ ਕੇ ਕਿਸੇ ਮੁੰਡੇ ਨੇ ਕਿਸੇ ਕੁੜੀ ਦਾ ਰੇਪ ਕਰਤਾ, 50,000 ਮੁੰਡੇ ਚੱਲਦੀ ਆਮ ਜੀ ਗੱਲ ਆ। ਅਤੇ ਕੀ ਲੋਕ ਇਹ ਕਹਿਣਗੇ ਵੀ ਸ੍ਰੀ ਤਰਨਤਾਰਨ ਸਾਹਿਬ ਦੇ ਵਿੱਚ ਚੱਲਦੀ ਹੋਈ ਕਾਰ 'ਚ ਕੁੜੀ ਨਾਲ ਬਲਾਤਕਾਰ। ਇਹ ਉਹਨਾਂ ਦੀ ਨਸਲ ਆ ਜਿਨ੍ਹਾਂ ਨੇ ਮੌਕੇ ਦੇ ਰਾਜਿਆਂ ਨੂੰ ਜਾਬਰ ਕਹਿਤਾ ਸੀ। ਕੀ ਅਸੀਂ ਹੁਣ ਜੇ ਕਹੀਏ ਗੁਰੂ ਨਾਨਕ ਪਾਤਸ਼ਾਹ ਨੂੰ ਡਰ ਨਹੀਂ ਲੱਗਿਆ ਵੀ ਜਿਹੜਾ ਬੰਦਾ ਤੁਸੀਂ ਫੜਿਆ ਨਾ ਰੇਪ ਕੀਤਾ ਤੇ ਉਹਨੂੰ ਦੱਸ ਦਿਓ ਵੀ ਤੁਸੀਂ ਕਿਹਾ ਸੀ ਨੌ ਬਣਾਵਾਂਗੇ, ਤੇ ਜਾਉਂਦੀ ਆ ਕੌਮ ਇਹ ਬਦਲਾ ਲਓ। ਦੇਖੋ ਬਾਈ ਜੀ, ਗੱਲ ਇਹ ਆ ਵੀ ਅਸੀਂ ਸਿਆਸਤ ਤਾਂ ਕਰਨੀ ਨਹੀਂ, ਸੇਵਾ ਕਰਨੀ। ਸਰ, ਲੋਕਾਂ ਨੇ ਕਮੈਂਟ ਬਾਕਸ ਵਿੱਚ ਕਿਹਾ ਸੀ ਕਿ ਭਾਈ ਅਮਰਤਪਾਲ ਸਿੰਘ ਮਹਿਰੋ ਇਹ ਕੋਈ ਗੁੰਡਾਗਰਦੀ ਕਰਦੇ ਨੇ, ਇਹ ਗੁੰਡਾਗਰਦੀ ਆ ਜਿਹੜੀ। ਤੇ ਮੈਂ ਕਹਿੰਦਾ ਹਰੇਕ ਘਰੇ ਗੁੰਡਾ ਜਨਮ ਲੈਣਾ ਚਾਹੀਦਾ। ਇਹ ਗੁੰਡਾਗਰਦੀ ਹੋਣੀ ਚਾਹੀਦੀ ਆ। ਜੇ ਜ਼ੁਲਮ ਨੂੰ ਰੋਕਣ ਨੂੰ ਗੁੰਡਾਗਰਦੀ ਲੋਕ ਕਹਿੰਦੇ, ਤੇ ਗੁੰਡਾਗਰਦੀ ਫਿਰ ਤਾਂ ਅਸੀਂ ਡਾਕੂ ਹੈਗੇ ਗੁੰਡੇ ਹੈਗੇ ਸਾਨੂੰ। ਇਸ ਕਰਕੇ ਜਦੋਂ ਕਿਸੇ ਜੁਰਮ ਵਿਰੋਧ ਲੜਨਾ ਹੋਵੇ ਨਾ ਬਾਈ, ਉਦੋਂ ਤੇਗ ਨੂੰ ਹੱਥ ਪਾਉਣਾ ਪੈਂਦਾ। ਇਹ ਲੋਕਾਂ ਨੂੰ ਲੱਗਦਾ ਇਹ ਆ ਵੀ ਜੇ ਸੱਟਾ ਫੇਟਾ ਮਾਰ ਦਿਓ ਗੁੰਡੇ। GDS Punjab News TV। GDS ਪੰਜਾਬ ਨਿਊਜ਼ TV ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦਾ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ। GDS ਨਿਊਜ਼ ਹਮੇਸ਼ਾ ਤੁਹਾਡੇ ਲਈ ਕੁਛ ਅਸੀਂ ਲੈ ਕੇ ਆਉਂਦੇ ਰਹਿੰਦੇ ਹਾਂ, ਲੇਕਿਨ ਇਸ ਵੇਲੇ 2022 ਦਾ ਅਖਾੜਾ ਭਖਿਆ ਹੋਇਆ ਹੈ। ਭਾਈ ਅਮਰਤਪਾਲ ਸਿੰਘ ਮਹਿਰੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਹਲਕਾ ਤਰਨਤਾਰਨ ਤੋਂ ਚੋਣ ਲੜ ਰਹੇ ਨੇ। ਪਹਿਲੀ ਵਾਰ ਨਿਹੰਗ ਸਿੰਘ ਬਾਣੇ 'ਚ ਕੋਈ ਤਰਨਤਾਰਨ ਸ਼ਹਿਰ ਤੋਂ ਉਮੀਦਵਾਰ ਵੀ ਨੇ, ਔਰ ਅਸੀਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ GDS ਪੰਜਾਬ ਨਿਊਜ਼ TV ਗੁਰੂ ਦਾ ਸਿੰਘ ਚੈਨਲ ਦਾ ਨਾਮ ਹੈ ਜੀ, ਗੁਰੂ ਦਾ ਸਿੰਘ। GDS ਪੰਜਾਬ ਨਿਊਜ਼ TV 'ਤੇ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਕਿਸ ਤਰ੍ਹਾਂ ਦੇ ਨਾਲ ਵੇਖਦੇ ਜੇ 2022 ਦੀਆਂ ਚੋਣਾਂ ਨੂੰ, ਔਰ ਨਿਹੰਗ ਸਿੰਘ ਬਾਣੇ ਦੇ ਵਿੱਚ ਇਲੈਕਸ਼ਨ ਲੜ ਰਹੇ ਜੇ, ਹਲਕਾ ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਜੀ? ਇਲੈਕਸ਼ਨਾਂ ਨੂੰ ਤਾਂ ਰਾਜਨੀਤੀ ਅੱਖ ਨਾਲ ਹੀ ਵੇਖਿਆ ਜਾਂਦਾ ਬਈ, ਸਿਆਸਤ ਨਾਲ ਹੀ। ਹਾਂਜੀ। ਪਰ ਇੱਥੇ ਸਿਆਸਤ ਨਹੀਂ ਹੈਗੀ। ਹਾਂਜੀ। ਇੱਥੇ ਗੁਰੂ ਦੀ ਨਗਰੀ ਆ ਸ੍ਰੀ ਤਰਨਤਾਰਨ ਸਾਹਿਬ, ਇੱਥੇ ਸੇਵਾ ਹੀ ਚੱਲਣੀ ਚਾਹੀਦੀ ਆ। ਬਾਕੀ ਪਾਰਟੀਆਂ ਦਾ ਨਹੀਂ ਕੋਈ ਗੱਲਬਾਤ ਹੁੰਦੀ, ਉਹ ਜਿਹਨੇ ਜਿੱਤਣਾ ਹੀ ਆ। ਪਰ ਘੱਟੋ ਘੱਟ ਸਿੱਖਾਂ ਨੂੰ ਇਹ ਸੋਚਣਾ ਚਾਹੀਦਾ ਵੀ ਸਾਡੇ ਜਿਹੜੇ ਧਾਰਮਿਕ ਸਥਾਨ ਨੇ, ਖਡੂਰ ਸਾਹਿਬ ਲਾ ਲਓ, ਤਰਨਤਾਰਨ ਸਾਹਿਬ ਲਾ ਲਓ, ਅੰਮ੍ਰਿਤਸਰ ਸਾਹਿਬ ਲਾ ਲਓ, ਅਨੰਦਪੁਰ ਸਾਹਿਬ ਲਾ ਲਓ, ਦਮਦਮਾ ਸਾਹਿਬ, ਹੈ ਨਾ, ਉੱਥੇ ਘੱਟੋ ਘੱਟ ਪੂਰਾ ਤਿਆਰ ਬਰ ਤਿਆਰ ਸਿੰਘ ਹੋਣਾ ਚਾਹੀਦਾ ਲੀਡਰ, ਕਿਉਂਕਿ ਉੱਥੇ ਇਹ ਆ ਵੀ ਸਾਡਾ ਉਹ ਤਖਤ ਆ, ਸਾਡਾ ਉਹ ਇਤਿਹਾਸਕ ਸਥਾਨ ਆ। ਇੱਥੇ ਰਾਜਨੀਤੀ ਨਹੀਂ, ਇੱਥੇ ਸੇਵਾ ਚਾਹੀਦਾ। ਕੋਈ ਇਹ ਨਾ ਕਵੇ ਜੇ ਹੁਣ ਕੋਈ ਮੰਨ ਲਓ ਇੱਥੇ ਕੋਈ ਮਾੜਾ ਲੀਡਰ ਆ ਗਿਆ, ਇੱਥੇ ਚੱਕ ਕੇ ਕਿਸੇ ਮੁੰਡੇ ਨੇ ਕਿਸੇ ਕੁੜੀ ਦਾ ਰੇਪ ਕਰਤਾ, 50,000 ਮੁੰਡੇ ਚੱਲਦੀ ਆਮ ਜੀ ਗੱਲ ਆ। ਅਤੇ ਕੀ ਲੋਕ ਇਹ ਕਹਿਣਗੇ ਵੀ ਸ੍ਰੀ ਤਰਨਤਾਰਨ ਸਾਹਿਬ ਦੇ ਵਿੱਚ ਚੱਲਦੀ ਹੋਈ ਕਾਰ 'ਚ ਕੁੜੀ ਨਾਲ ਬਲਾਤਕਾਰ ਹੋਇਆ, ਕਿੰਨੀ ਮਾੜੀ ਗੱਲ ਆ। ਬਲਾਤਕਾਰ ਬਾਅਦ 'ਚ ਆਉਂਦਾ, ਪਹਿਲਾਂ ਸ੍ਰੀ ਤਰਨਤਾਰਨ ਸਾਹਿਬ ਦਾ ਨਾਮ ਬਦਨਾਮ ਹੁੰਦਾ। ਇਸ ਕਰਕੇ ਇਤਿਹਾਸਕ ਸਥਾਨਾਂ 'ਤੇ, ਤਖਤ ਸਾਹਿਬਾਨਾਂ 'ਤੇ ਮੇਨ ਜਿਹੜੇ ਸਾਡੇ ਮੋਢੀ ਸਥਾਨ ਨੇ, ਉੱਥੇ ਸਿਰਫ ਤਿਆਰ ਬਰ ਤਿਆਰ ਸਿੰਘ ਹੋਣੇ ਚਾਹੀਦੇ ਆ, ਅੰਮ੍ਰਿਤਧਾਰੀ ਹੋਣੇ ਚਾਹੀਦੇ ਲੀਡਰ, ਸਾਫ ਸੁਥਰੇ। ਇਸ ਤੋਂ ਇਲਾਵਾ ਬਾਬਾ ਜੀ, ਦਿੱਲੀ ਦੇ ਵਿੱਚ ਤੁਸੀਂ ਉਸ ਲੜਕੀ ਦੀ ਆਵਾਜ਼ ਨੂੰ ਚੁੱਕਣ ਵਾਸਤੇ ਗਏ, ਉਹਦੇ ਹੱਕ ਦੇ ਵਿੱਚ, ਦਿੱਲੀ ਦੇ ਵਿੱਚ ਜਿਹੜਾ ਉਹਦੇ ਇਨਸਾਫ ਦੇ ਲਈ ਗਏ। ਉੱਥੋਂ ਦੇ ਪ੍ਰਸ਼ਾਸਨ ਦਾ ਵੀ ਤੁਹਾਨੂੰ ਪਤਾ ਹੈ, ਕੋਈ ਕਿਤੇ ਨਾ ਕਿਤੇ ਮਨ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਡਰ ਨਹੀਂ ਲੱਗਾ ਕਿ ਇੱਥੇ ਕੰਪੇਨ ਕਰਨੀ ਹੈ, ਪਿੰਡਾਂ ਦੇ ਵਿੱਚ ਜਾਣਾ ਹੈ, ਪਰ ਦਿੱਲੀ ਜਾਣਾ ਜ਼ਰੂਰੀ ਸਮਝਿਆ? ਕੀ ਕਹਿਣਾ ਚਾਹੋਗੇ ਇਸ 'ਤੇ, ਔਰ ਲੋਕਾਂ ਨੂੰ ਕੀ ਸੰਦੇਸ਼ ਦਿੰਦੇ ਜੀ ਇਸ ਤੋਂ ਲੈ? ਨਸਲ ਦਾ ਫਰਕ ਹੁੰਦਾ ਬਾਈ। ਇਹ ਨਸਲ ਆ ਜਿਹੜੀ ਬਾਣੇ ਵਾਲੀ ਗੁਰੂ ਨਾਨਕ ਪਾਤਸ਼ਾਹ ਦੀ ਨਸਲ ਆ। ਇਹ ਉਹਨਾਂ ਦੀ ਨਸਲ ਆ ਜਿਨ੍ਹਾਂ ਨੇ ਮੌਕੇ ਦੇ ਰਾਜਿਆਂ ਨੂੰ ਜਾਬਰ ਕਹਿਤਾ ਸੀ। ਕੀ ਅਸੀਂ ਹੁਣ ਜੇ ਕਹੀਏ ਗੁਰੂ ਨਾਨਕ ਪਾਤਸ਼ਾਹ ਨੂੰ ਡਰ ਨਹੀਂ ਲੱਗਿਆ? ਨਹੀਂ, ਸਿੱਖ ਦਾ ਇਹ ਅਸੂਲ ਆ, ਚਾਹੇ ਰਾਜਾ ਚਾਹੇ ਭਿਖਾਰੀ, ਜਿਹੜਾ ਗਲਤ ਆ ਉਹਨੂੰ ਗਲਤ ਕਹਿਣਾ ਹੀ ਕਹਿਣਾ। ਡਰਨ ਦੀ ਕਿਸੇ ਨੂੰ ਲੋੜ ਨਹੀਂ ਹੁੰਦੀ, ਪਰ ਬੰਦੇ ਡਰ ਤਾਂ ਜਾਂਦੇ ਆ ਬਾਈ ਜੀ, ਉਹਨਾਂ ਦਾ ਕੋਈ ਸਟੈਂਡ ਨਹੀਂ, ਘਬਰਾ ਜਾਂਦੇ ਆ। ਬਾਣੇ ਦਾ ਪਹਿਰਾ ਨਹੀਂ, ਜ਼ਰੂਰੀ ਨਹੀਂ ਸਿੱਖਾਂ ਦੀ ਬਾਣੀ ਹੀ ਪੜ੍ਹੀ ਜਾਵੇ। ਜਿਹੜੇ ਧਰਮ 'ਚ ਬੰਦੇ ਨੇ ਜਨਮ ਲਿਆ, ਉਸ ਧਰਮ ਪੱਖੀ ਤਾਂ ਉਹ ਬੰਦਾ ਰਵੇ ਨਾ ਸਾਫ ਸੁਥਰਾ, ਅਤੇ ਫਿਰ ਕਿਸੇ ਤੋਂ ਡਰ ਭੈ ਨਹੀਂ ਲੱਗਦਾ ਗਾ। ਇਸ ਕਰਕੇ ਚਾਹੇ ਮੌਕੇ ਦੀ ਸਰਕਾਰ ਸੀ,
ਚਾਹੇ ਉੱਥੇ ਪੁਲਿਸ ਸੀ, ਚਾਹੇ ਉੱਥੇ CRP ਲੱਗੀ ਸੀ, ਪਰ ਉਹਨਾਂ ਨੂੰ ਅਸੀਂ ਦੱਸ ਕੇ ਆਏ ਆ ਵੀ ਜਿਹੜਾ ਬੰਦਾ ਤੁਸੀਂ ਫੜਿਆ ਨਾ ਰੇਪ ਕੀਤਾ ਤੇ ਉਹਨੂੰ ਦੱਸ ਦਿਓ ਵੀ ਤੁਸੀਂ ਕਿਹਾ ਸੀ 9 ਬਣਾਵਾਂਗੇ ਤੇ ਜਿਉਂਦੀ ਆ ਕੌਮ ਇਹ ਬਦਲਾ ਲਊਗੀ, ਤੇ ਉਹ ਫਿਰ ਕੋਈ ਨਾ ਬਾਈ ਜਾਵਾਂਗੇ। ਇਸ ਤੋਂ ਇਲਾਵਾ ਭਾਈ ਸਾਹਿਬ ਪਹਿਲਾਂ ਕੈਂਡੀਡੇਟ ਹੁੰਦੇ ਸੀ 2 ਜਾਂ 4, ਇਸ ਵਾਰ 5-6 ਨੇ, ਔਰ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਵੀ ਆਪਣੀ ਕੰਪੇਨ ਚੋਣ ਪ੍ਰਚਾਰ ਥੋੜ੍ਹਾ ਜਿਹਾ ਦੂਸਰੀਆਂ ਪਾਰਟੀਆਂ ਨਾਲੋਂ ਢਿੱਲਾ ਹੈ, ਲੇਕਿਨ ਹਲਕੇ ਦੇ ਲੋਕਾਂ ਦੇ ਵਿੱਚ ਕੀ ਸੋਚ ਕੇ ਜਿਹੜਾ ਵਾ ਜਾਓਗੇ, ਕਿਸ ਤਰ੍ਹਾਂ ਦਾ ਪ੍ਰਚਾਰ ਕਰੋਗੇ ਆਪਣੀ ਪਾਰਟੀ ਦੇ ਬਾਰੇ? ਦੇਖੋ ਬਾਈ ਜੀ, ਗੱਲ ਇਹ ਆ ਵੀ ਅਸੀਂ ਸਿਆਸਤ ਤਾਂ ਕਰਨੀ ਨਹੀਂ, ਸੇਵਾ ਕਰਨੀ ਆ। ਜੇ ਸਾਨੂੰ ਸੰਗਤ ਤੇ ਇੱਥੋਂ ਦੇ ਲੋਕ ਚਾਹੁੰਦੇ ਆ, ਉਹਨਾਂ ਨੇ ਆਪਦੀ ਜ਼ਿੰਮੇਵਾਰੀ ਸਮਝ ਕੇ ਆਪ ਹੀ ਸਾਰਾ ਕੁਝ ਕਰਨਾ, ਕਿਉਂਕਿ ਅਸੀਂ ਜੋ ਕੁਝ ਵੀ ਕੀਤਾ ਦਿੱਲੀ ਜਾ ਕੇ ਉਹ ਲੋਕਾਂ ਲਈ ਹੀ ਕੀਤਾ, ਆਪਦੇ ਘਰ ਲਈ ਨਹੀਂ ਗਏ ਸੀ, ਉਹ ਸਿੱਖਾਂ ਲਈ ਹੀ ਕੀਤਾ, ਕਿਸੇ ਹੋਰ ਧਰਮ ਲਈ ਨਹੀਂ ਕੀਤਾ। ਉਹਨਾਂ ਨੂੰ ਖੁਦ ਚਾਹੀਦਾ ਵੀ ਜੇ ਯਾਰ ਸਾਡਾ ਕੈਂਡੀਡੇਟ ਅੰਮ੍ਰਿਤਪਾਲ ਸਿੰਘ ਦਿੱਲੀ ਉੱਠ ਗਿਆ ਤੇ ਉਸ ਮਸਲੇ 'ਚ ਉੱਤੇ ਕੇਸ ਪਿਆ ਤੇ ਉਹ ਭੱਜਿਆ ਵਿਆ, ਤੇ ਹੁਣ ਆਪਾਂ ਨੂੰ ਉਹਦੀ ਬਾਂਹ ਫੜਨੀ ਚਾਹੀਦੀ ਵੀ ਆਪਾਂ ਉਹਦੇ ਨੂੰ ਉੱਥੇ ਸਾਂਭ ਤਾਂ ਨਹੀਂ ਸਕਦੇ, ਤੇ ਆਹ ਏਰੀਏ ਦੇ ਵਿੱਚ ਉਹਨੂੰ ਘੱਟੋ ਘੱਟ ਵੋਟਾਂ ਪਵਾ ਕੇ ਜਿਤਾ ਦਿਆ ਜਾਈਏ। ਜਦੋਂ MLA ਜਿੱਤੂਗਾ ਤੇ ਉਹਨੂੰ ਜੇਲ੍ਹ ਤਾਂ ਨਾ ਹੋਊਗੀ, ਪਰ ਇਹ ਲੋਕ ਬਾਬਾ ਜੀ ਇੱਥੇ ਵੇਖਿਆ ਜਾਵੇ ਤਾਂ ਤੁਸੀਂ ਕਹਿ ਰਹੇ ਜੇ ਸੇਵਾ ਹੈ, ਲੇਕਿਨ ਜੇਕਰ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਲੋਕਾਂ ਨੇ ਕਮੈਂਟ ਬਾਕਸ ਵਿੱਚ ਕਿਹਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਇਹ ਕੋਈ ਗੁੰਡਾਗਰਦੀ ਕਰਦੇ ਨੇ, ਇਹ ਗੁੰਡਾਗਰਦੀ ਹੈ ਜਿਹੜੀ ਹੋਈ ਉਹਨਾਂ ਵੱਲੋਂ। ਜਦੋਂ ਕਿਸੇ ਪਰਿਵਾਰ ਦੀ ਧੀ ਦੀ ਇੱਜ਼ਤ ਲਈ ਲੜਨਾ ਹੋਵੇ, ਕਿਸੇ ਧਾਰਮਿਕ ਬਾਣੇ ਦੀ ਲਈ ਲੜਨਾ ਹੋਵੇ, ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਰੱਖ ਕੇ ਲੜਨਾ ਹੋਵੇ, ਨਸ਼ਿਆਂ ਨੂੰ ਰੋਕਣ ਲਈ ਲੜਨਾ ਹੋਵੇ, ਜੇ ਉਹਨੂੰ ਸੰਗਤ ਗੁੰਡਾਗਰਦੀ ਕਹਿੰਦੀ ਆ ਤੇ ਮੈਂ ਕਹਿੰਦਾ ਹਰੇਕ ਘਰੇ ਗੁੰਡਾ ਜਨਮ ਲੈਣਾ ਚਾਹੀਦਾ। ਇਹ ਗੁੰਡਾਗਰਦੀ ਹੋਣੀ ਚਾਹੀਦੀ ਆ। ਜੇ ਜ਼ੁਲਮ ਨੂੰ ਰੋਕਣ ਨੂੰ ਗੁੰਡਾਗਰਦੀ ਲੋਕ ਕਹਿੰਦੇ ਤੇ ਗੁੰਡਾਗਰਦੀ ਫਿਰ ਤਾਂ ਅਸੀਂ ਡਾਕੂ ਹੈਗੇ ਗੁੰਡੇ ਹੈਗੇ, ਸਾਨੂੰ ਇਹ 'ਚ ਨਹੀਂ। ਜੇ ਇਹ ਗੁੰਡਾਗਰਦੀ ਆ ਤੇ ਜਿਹੜੇ ਇੱਜ਼ਤਾਂ ਲੁੱਟ ਰਹੇ ਆ ਉਹ ਧਾਰਮਿਕ ਹੋ ਗਏ, ਜਿਹੜੇ ਡਾਕੇ ਮਾਰਦੇ ਆ ਉਹ ਧਾਰਮਿਕ ਹੋ ਗਏ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਤੇ ਉਹ ਧਾਰਮਿਕ ਹੋ ਗਏ। ਇਹ ਕਲੀਅਰ ਕਰਨ ਲੋਕ ਇਹ ਗੁੰਡਾਗਰਦੀ ਆ ਕਿ ਉਹ ਗੁੰਡਾਗਰਦੀ ਆ। ਇਸ ਕਰਕੇ ਜਦੋਂ ਕਿਸੇ ਜੁਰਮ ਵਿਰੋਧ ਲੜਨਾ ਹੋਵੇ ਨਾ ਬਾਈ, ਉਦੋਂ ਤੇਗ ਨੂੰ ਹੱਥ ਪਾਉਣਾ ਪੈਂਦਾ। ਇਹ ਲੋਕਾਂ ਨੂੰ ਲੱਗਦਾ ਇਹ ਆ ਵੀ ਜੇ ਸੱਟਾ ਫੇਟਾ ਮਾਰਦੇ ਉਹ ਗੁੰਡੇ ਹੀ ਹੁੰਦੇ ਆ, ਨਹੀਂ, ਧਾਰਮਿਕ ਲੈਣ ਹੋਰ ਆ, ਗੁੰਡਾਗਰਦੀ ਹੋਰ ਆ। ਕੀ ਫਿਰ ਅੰਤ ਵਿੱਚ ਜਿਹੜੇ ਸਾਡੇ ਦਰਸ਼ਕ ਨੇ ਤਰਨਤਾਰਨ ਹਲਕੇ ਤੋਂ, ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਚੋਣ ਲੜ ਰਹੇ ਜੇ, ਕਿਸ ਤਰ੍ਹਾਂ ਦਾ ਇੱਥੋਂ ਪ੍ਰਭਾਵ ਵੇਖਦੇ ਜੇ, ਕਿਸ ਤਰ੍ਹਾਂ ਦਾ ਪ੍ਰਚਾਰ ਵੇਖਦੇ ਜੇ, ਕਿਸ ਤਰ੍ਹਾਂ ਦੇ ਇੱਥੋਂ ਦੇ ਆਪਣੇ ਪ੍ਰਤੀ ਲੋਕਾਂ ਦੀ ਕੀ ਭਾਵਨਾ ਦੇਖਦੇ ਔਰ ਕੀ ਲੱਗਦਾ? ਦੇਖੋ ਜੀ, ਚਾਹੇ ਅਕਾਲੀ, ਕਾਂਗਰਸੀ, ਆਮ ਆਦਮੀ, ਕਿਸਾਨ ਜਾਂ BJP ਕੋਈ ਆ, ਉਹ ਜਦੋਂ ਕਿਸੇ ਪਰਿਵਾਰ ਨੂੰ ਜਾਂ ਕਿਸੇ ਦੁਕਾਨ ਤੇ ਕਿਸੇ ਨੌਜਵਾਨ ਨੂੰ ਮਿਲਦਾ ਵੀ ਸਾਨੂੰ ਵੋਟ ਪਾਇਓ, ਕਹਿਣਾ ਤਾਂ ਸਾਰਿਆਂ ਨੇ ਹੀ ਆ ਵੀ ਅਸੀਂ ਤੁਹਾਨੂੰ ਵੋਟ ਪਾਵਾਂਗੇ। ਉਹਨਾਂ ਨੇ ਉਹੀ ਸਾਨੂੰ ਲਫ਼ਜ਼ ਕਹਿਣੇ ਆ। ਇਹ ਤਾਂ 20 ਤਰੀਕ ਨੂੰ ਪਤਾ ਲੱਗੂਗਾ। ਦੇਖੋ, ਜਿੱਤਾਂ ਹਾਰਾਂ ਚੱਲਦੀਆਂ ਆਈਆਂ, ਸਾਨੂੰ ਇਹਦਾ ਨਹੀਂ ਹੈਗਾ ਐਡਾ। ਜੇ ਜਿੱਤ ਗਏ ਤੇ ਸੇਵਾ ਕਰਾਂਗੇ, ਜੇ ਹਾਰ ਗਏ ਤੇ ਲੋਕਾਂ ਨੇ ਹਰਾਉਣਾ ਬਾਈ ਜੀ। ਉਹ ਸਵਾਲ ਮੁੜ ਕੇ ਲੋਕਾਂ ਨੂੰ ਬਣੂਗਾ ਵੀ ਅੰਮ੍ਰਿਤਪਾਲ ਸਿੰਘ ਇੱਥੋਂ ਹਾਰ ਗਿਆ, ਕਿਉਂ ਹਾਰਿਆ ਦੱਸੋ? ਤੇ ਉਦੋਂ ਜਿਹਨੂੰ ਪੁੱਛਾਂਗੇ ਉਹਨੇ ਕਹਿਣਾ ਅਸੀਂ ਤਾਂ ਵੋਟ ਪਾਈ ਸੀ। ਨਹੀਂ, ਇਹ ਝੂਠ ਆ। ਇਹ ਲੋਕਾਂ ਨੂੰ ਸੜਕਾਂ 'ਤੇ ਆਉਣਾ ਚਾਹੀਦਾ ਵੀ ਭਾਈ ਜੇ ਇੱਕ ਸਿੰਘ ਆ ਕੇ ਇੱਥੇ ਖੜਾ ਵਾ ਤੇ ਸਾਨੂੰ ਆਪਦਾ ਬੱਚਾ ਤੇ ਭਰਾ ਸਮਝ ਕੇ ਮਾਣ ਤਾਣ ਨਾਲ ਉਹਦੇ ਨਾਲ ਖੜਨਾ ਚਾਹੀਦਾ। ਉਹ ਜਿੱਤੇ ਹਾਰੇ ਉਹ ਮੇਰੀ ਕਿਸਮਤ ਆ, ਪਰ ਲੋਕ ਤਾਂ ਮੇਰੇ ਨਾਲ ਖੜਨਗੇ ਨਾ ਆ ਕੇ। ਉਹ ਆਟੋਮੈਟਿਕ ਹੀ ਸਾਰਾ ਕੁਝ। ਬਾਬਾ ਜੀ ਵੇਖਿਆ ਜਾਵੇ ਤਾਂ ਸਭ ਤੋਂ ਪਹਿਲਾਂ ਤੁਸੀਂ ਮੁਸਲਿਮ ਧਰਮ ਦੇ ਨਾਲ ਸੰਬੰਧ ਰੱਖਦੇ ਸੀ। ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ, ਸਿੱਖੀ ਵੱਲ ਕਿਸ ਤਰ੍ਹਾਂ ਦੇ, ਕਿਹਨਾਂ ਨੇ ਤੁਹਾਨੂੰ ਪ੍ਰੇਰਨਾ ਦਿੱਤੀ, ਕੀ ਇਸ 'ਤੇ ਕਹਿਣਾ ਚਾਹੋਗੇ? ਇਹ ਨਾ ਅਗੰਮੀ ਪਾਵਰਾਂ ਹੁੰਦੀਆਂ ਬਾਈ। ਜਦੋਂ ਕੋਈ ਬਾਣਾ ਪਾ ਲਵੇ ਉਹ ਸਿੱਖ ਸੱਜ ਗਿਆ, ਤੇ ਜਦੋਂ ਕੋਈ ਦਾੜੀ ਕੇਸ ਕਟਾਉਂਦਾ ਉਹਨੂੰ ਫਿਰ ਤੁਸੀਂ ਮੁਸਲਮਾਨ ਜਾਂ ਹਿੰਦੂ ਕਿਉਂ ਨਹੀਂ ਕਹਿੰਦੇ? ਸਿੱਖਾਂ ਦੇ ਘਰੇ ਜੰਮ ਕੇ ਜਿਹਨੇ ਕੇਸ ਦਾੜੀ ਕਟਾਏ ਆ ਤੇ ਮੂੰਹ 'ਚ ਸਿਗਰਟ ਆ ਉਹਨੂੰ ਤੁਸੀਂ ਸਿੱਖ ਹੀ ਕਹਿੰਦੇ ਆ। ਮੁਸਲਮਾਨ ਦੇ ਘਰੇ ਜੰਮ ਕੇ ਜਿਹਨੇ ਬਾਣਾ ਪਾਲਿਆ ਉਹਨੂੰ ਤੁਸੀਂ ਮੁਸਲਮਾਨ ਹੀ ਕਹਿੰਦੇ। ਨਹੀਂ, ਜਿਹਦੇ ਬਾਣਾ ਪਾਇਆ ਉਹੀ ਸਿੱਖ ਆ। ਬਾਕੀ ਸਾਰਿਆਂ ਨੂੰ ਹੋਰ ਧਰਮਾਂ ਦੇ ਵਿੱਚ ਵਾੜ ਦਿਓ, ਕਿਉਂਕਿ ਜੇ ਕਈ ਸਿੱਖਾਂ ਦੇ ਘਰੇ ਨਾਂ ਨਾਲ ਸਿੰਘ ਲੱਗਾ ਹੁੰਦਾ ਤੇ ਕੇਸ ਨਹੀਂ ਹੈਗੇ, ਫਿਰ ਉਹਨੂੰ ਸਿੱਖ ਨਹੀਂ ਨਾ ਕਹਿ ਸਕਦੇ। ਇਸ ਕਰਕੇ ਮੈਨੂੰ ਵੀ ਨਹੀਂ ਇਹ ਸਵਾਲ ਤੁਹਾਡਾ ਬਣਦਾ ਵੀ ਮੈਂ ਮੁਸਲਮਾਨਾਂ ਦੇ ਘਰੇ ਕੁੱਖ 'ਚੋਂ ਜਨਮ ਲਿਆ, ਉਹ ਪਤਾ ਨਹੀਂ ਕਿਹੜੀ ਆ, ਸਾਰਿਆਂ ਨੇ ਜਨਮ ਲਿਆ, ਉੱਥੋਂ ਜੰਮਿਆ, ਜਿਵੇਂ ਜੰਮਿਆ ਸੀ ਉਵੇਂ ਆ ਗਿਆ ਤੇ ਉਵੇਂ ਖੜਾ ਵਾਂ ਤੇ ਮੈਨੂੰ ਲੋਕ ਸਿੱਖ ਕਹਿਣ ਲੱਗ ਗਏ। ਇਹਦਾ ਮਤਲਬ ਇਹ ਆ ਵੀ ਜਿਹਨੇ ਕੁੱਖੋਂ ਬੱਚੇ ਨੇ ਜਨਮ ਲੈ ਲਿਆ ਉਹ ਸਿੱਖ ਹੀ ਜਨਮ ਲੈਂਦਾ, ਤਾਂ ਜਾਤਾਂ ਤਾਂ ਸਿੱਖਾਂ ਤੋਂ ਬਾਅਦ ਬਣਦਾ। ਮੈਂ ਇੱਕ ਗੱਲ ਕਰਨੀ ਚਾਹਾਂਗਾ ਕਿ ਨਿਹੰਗ ਸਿੰਘ ਬਾਣੇ ਦੇ ਵਿੱਚੋਂ ਤੁਸੀਂ ਰਾਜਨੀਤੀ ਦੇ ਵਿੱਚ ਆਉਣ ਦਾ ਕਿਸ ਤਰ੍ਹਾਂ ਦੇ ਨਾਲ ਸੋਚਿਆ, ਕਿਉਂਕਿ ਬਹੁਤ ਘੱਟ ਵੇਖਣ ਨੂੰ ਮਿਲਦਾ ਕਿ ਕੋਈ ਨਿਹੰਗ ਸਿੰਘ ਜਿਹੜਾ ਰਾਜਨੀਤੀ ਦੇ ਵਿੱਚ ਆਉਂਦੇ ਨੇ। ਹਾਂਜੀ, ਹੁਣ 4-5 ਸਿੰਘਾਂ ਨੇ ਹੋਰ ਪੇਪਰ ਭਰੇ ਸੀ, ਪਰ 47 ਤੋਂ ਬਾਅਦ ਇਲੈਕਸ਼ਨਾਂ ਦੇ ਵਿੱਚ ਨਿਹੰਗ ਸਿੰਘ ਇਕੱਲੇ ਮੈਂ ਜਿਹਨੇ ਪਹਿਲ ਕੀਤੀ ਸੀ ਨਾ, ਉਹ ਇਹ ਆ ਵੀ ਅਸੀਂ ਹੁਣ ਤੱਕ ਇਹ ਵੇਖਦੇ ਆਏ ਵੀ ਜਿਹੜਾ ਨਸ਼ਾ ਵਿਕਦਾ, ਗੁੰਡਾਗਰਦੀ ਜਾਂ ਰੇਪ ਹੁੰਦੇ ਆ, ਬੇਅਦਬੀਆਂ ਹੁੰਦੀਆਂ, ਉਹ ਲੀਡਰਾਂ ਦੀ ਸ਼ਹਿ 'ਤੇ ਹੁੰਦੀਆਂ। ਤੇ ਕਿਉਂ ਨਾ ਲੀਡਰ ਬਾਣੇ ਵਾਲੇ ਬਣ ਜਾਣ ਬਾਈ। ਤੇ ਜੇ ਬਾਣੇ ਵਾਲੇ ਨਿਹੰਗ ਸਿੰਘ ਤਿਆਰ ਬਰ ਤਿਆਰ ਉਹ ਹੋਣਗੇ ਲੀਡਰ, ਤੇ ਬਾਈ ਸੁਧਾਰ ਆ ਜਾਊਗਾ।
ਨਾਲੇ ਬਾਕੀ ਬਾਈ ਪਤਾ ਕੀ ਆ, ਰਾਜਨੀਤੀ ਦੇ ਵਿੱਚ ਬਾਣੇ ਨੂੰ ਲੈ ਕੇ ਆਉਣਾ, ਜਦੋਂ ਮੱਝਾਂ ਛੱਪੜ 'ਚ ਵੜੀਆਂ ਹੋਣ ਤੇ ਫਿਰ ਛੱਪੜ 'ਚ ਬੰਦੇ ਨੂੰ ਖੁਦ ਵੜਨਾ ਪੈਂਦਾ ਉਹਨੂੰ ਕੱਢਣ ਵਾਸਤੇ, ਮੁਸ਼ਕਰ ਮਾਰੇ ਤੋਂ ਬਾਹਰ ਨਹੀਂ ਆਉਂਦੀਆਂ। ਇਸ ਕਰਕੇ ਸਾਨੂੰ ਇੱਕ ਵਾਰੀ ਗੰਧਲੀ ਰਾਜਨੀਤੀ 'ਚ ਆ ਕੇ ਇਹਨੂੰ ਸਾਫ਼ ਸੁਥਰੀ ਤਾਂ ਬਣਾਉਣਾ ਪਊਗਾ। ਠੀਕ ਹੈ ਜੀ, ਸਾਡੇ ਨਾਲ ਗੱਲਬਾਤ ਕਰਨ ਲਈ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਸੋ ਇਹ ਸਨ ਭਾਈ ਅਮਰਤਪਾਲ ਸਿੰਘ ਜੀ ਮਹਿਰੋ, ਸ਼੍ਰੋਮਣੀ ਅਕਾਲੀ ਦਲ ਮਾਨ ਦਲ ਦੇ ਉਮੀਦਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ, ਉਹਨਾਂ ਦੀ ਪਾਰਟੀ ਦੇ ਉਮੀਦਵਾਰ ਤਰਨਤਾਰਨ ਹਲਕੇ ਤੋਂ ਚੋਣ ਲੜ ਰਹੇ ਨੇ। ਵੇਖਣ ਵਾਲੀ ਗੱਲ ਹੁਣ ਇਹ ਹੋਵੇਗੀ ਕਿ ਲੋਕ ਜਿਹੜਾ ਹੈ ਉਹ ਕਿਸ ਨੂੰ ਵਿਧਾਨ ਸਭਾ ਭੇਜਦੇ ਨੇ। ਪਰ ਫਿਲਹਾਲ ਤੁਸੀਂ ਸਾਡੇ ਨਾਲ ਬਣੇ ਰਹੋ, ਹਰ ਕਵਰੇਜ ਤੁਹਾਡੇ ਤੱਕ ਪਹੁੰਚਾਵਾਂਗੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਕੈਮਰਾਮੈਨ ਬਾਬਾ ਗੁਰਦਿਆਲ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ, GDS ਪੰਜਾਬ ਨਿਊਜ਼ TV ਤਰਨਤਾਰਨ।